ਜਿਹੜਾ ਆਪਾਂ ਟੌਪਿਕ ਡਿਸਕਸ ਕਰਾਂਗੇ ਉਹਦਾ ਨਾਮ ਆ ਮਾਈਆ। ਮਾਈਆ ਸੀਐਸਐਸ 2016 ਵਿੱਚ 10 ਨੰਬਰ ਦਾ ਆਇਆ ਹੈ, ਜਦਕਿ ਲੋਕ ਗੀਤਾਂ ਵਿੱਚ ਇਹ 2016 ਤੇ 2022 ਦੇ ਅੰਦਰ ਮੁਸਲਸਲ ਆ ਰਿਹਾ ਹੈ। ਯਾਨੀ ਤੁਸੀਂ ਅਗਰ ਲੋਕ ਗੀਤ ਦਾ ਸਵਾਲ ਤਿਆਰ ਕਰਨਾ ਹੈ ਜਿਹੜਾ ਕਿ ਹਰ ਸਾਲ ਆ ਰਿਹਾ ਹੈ ਤੇ ਤੁਹਾਨੂੰ ਮਾਈਆ ਵੀ ਤਿਆਰ ਕਰ ਲੈਣਾ ਚਾਹੀਦਾ ਹੈ। ਤੁਸੀਂ ਸਭ ਤੋਂ ਪਹਿਲੇ ਇਹਦੇ ਅੰਦਰ ਜਿਹੜਾ ਡਿਸਕਸ ਕਰਨਾ ਹੈ ਕਿ ਮਾਈਆ ਜਿਹੜਾ ਵਾ ਉਹ ਇੱਕ ਲੋਕ ਗੀਤ ਆ। ਮਾਈਆ ਇੱਕ ਲੋਕ ਗੀਤ ਆ। ਲੋਕ ਗੀਤ ਦੀ ਅੱਗੇ ਤੁਸੀਂ ਤਫਸੀਲ ਦੱਸਣੀ ਆ ਕਿ ਇਹ ਕਿਸੇ ਵੀ ਇਲਾਕੇ ਦੇ ਰਹਿਣ ਵਾਲੇ ਲੋਕ ਇਹਨੂੰ ਆਪ ਹੀ ਬਣਾਉਂਦੇ ਆ ਤੇ ਖੁਦ ਹੀ ਗਾਉਂਦੇ ਆ ਤੇ ਇਹਦੇ ਅੰਦਰ ਕੋਈ ਫਨੀ ਖੂਬੀਆਂ ਜਾਂ ਸ਼ਾਇਰੀ ਦੀਆਂ ਜਿਹੜੀਆਂ ਖੂਬੀਆਂ ਪਾਈਆਂ ਜਾਂਦੀਆਂ ਰਦੀਫ ਕਾਫੀਆ ਵਗੈਰਾ ਇਹ ਇੰਨੇ ਅਹਿਮ ਨਹੀਂ ਹੁੰਦੇ। ਇਹ ਕਿਸੇ ਵੀ ਇਲਾਕੇ ਦੀ ਸਕਾਫਤ ਦੀ ਨੁਮਾਇੰਦਗੀ ਕਰਦੇ ਆ। ਤੇ ਤੁਸੀਂ ਪਹਿਲੀ ਜਿਹੜੀ ਗੱਲ ਆ ਇਹ ਲਿਖੋਗੇ। ਉਸ ਤੋਂ ਬਾਅਦ ਅਗਲੇ ਨੰਬਰ ਤੇ ਤੁਸੀਂ ਇਹਦੀ ਡੈਫੀਨੇਸ਼ਨ ਲਿਖੋਗੇ ਕਿ ਮਾਈਆ ਦੀ ਡੈਫੀਨੇਸ਼ਨ ਕੀ ਆ। ਮਾਈਆ ਇੱਕ ਗੀਤ ਦੀ ਕਿਸਮ ਆ। ਗੀਤ ਦੀ ਕਿਹੜੀ ਕਿਸਮ ਆ? ਜਿਹਦੇ ਅੰਦਰ ਕੋਈ ਵੀ ਮਹਿਬੂਬ ਆਪਣੇ ਜਿਹੜਾ ਉਹਦਾ ਮਹਿਬੂਬ ਹੈਗਾ ਵਾ ਉਹਦੀ ਜਾਂ ਤੇ ਤਾਰੀਫ ਕਰਦਾ ਹੈ ਜਾਂ ਉਹਦੇ ਤੇ ਤਨਕੀਦ ਕਰਦਾ ਹੈ ਜਾਂ ਉਹਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਦਾ ਹੈ। ਯਾਨੀ ਮਹਿਬੂਬ ਆਪਣੇ ਮਹਿਬੂਬ ਦੇ ਨਾਲ ਤਾਰੀਫ ਕਰਨ ਲਈ, ਤਨਕੀਦ ਕਰਨ ਲਈ ਜਾਂ ਮੁਹੱਬਤ ਦਾ ਇਜ਼ਹਾਰ ਕਰਨ ਲਈ ਇਹ ਮਾਈਆ ਗਾਉਂਦਾ ਹੈ। ਜਾਂ ਮਾਈਆ ਦੀ ਇੱਕ ਹੋਰ ਵਜ੍ਹਾ ਤੋਂ ਇਹਦਾ ਨਾਮ ਮਾਈਆ ਰੱਖਿਆ ਗਿਆ ਕਿ ਜਿਹੜਾ ਮਾਈਆ ਕਿਸੇ ਦਾ ਹੈਗਾ ਵਾ ਉਹ ਹੈਗਾ ਵਾ ਚੰਨ ਵਰਗਾ, ਚੰਦ ਵਰਗਾ। ਉਸ ਵਜ੍ਹਾ ਤੋਂ ਵੀ ਇਹਦਾ ਨਾਮ ਮਾਈਆ ਰੱਖਿਆ ਗਿਆ ਵਾ। ਇਹ ਵੀ ਇਹਦੇ ਬਾਰੇ 'ਚ ਇੱਕ ਗੱਲ ਮਿਲਦੀ ਆ। ਹੁਣ ਜਿਹੜਾ ਆਪਾਂ ਡਿਸਕਸ ਕਰਾਂਗੇ ਕਿ ਇਹਦੇ ਅੰਦਰ ਜਿਹੜੇ ਮੌਜੂ ਆ ਉਹ ਕੀ ਨੇ, ਕਿਉਂਕਿ ਇਹਦਾ ਜਿਹੜਾ ਮਤਲਬ ਵਾਜ਼ਿਆ ਹੈ ਕਿ ਇਹਦੇ ਅੰਦਰ ਸਿਰਫ ਇੱਕ ਹੀ ਮੇਨ ਮੌਜੂ ਹੁੰਦਾ ਹੈ, ਉਹਦਾ ਮਹਿਬੂਬ। ਮਹਿਬੂਬ ਦੇ ਬਾਰੇ 'ਚ ਉਹ ਹਰ ਤਰ੍ਹਾਂ ਦੀ ਗੁਫ਼ਤਗੂ ਕਰਦੇ ਆ। ਯਾਨੀ ਮਹਿਬੂਬ ਦੀ ਤਾਰੀਫ ਵੀ ਕੀਤੀ ਜਾਂਦੀ ਹੈ, ਮਹਿਬੂਬ ਤੇ ਤਨਕੀਦ ਵੀ ਕੀਤੀ ਜਾਂਦੀ ਹੈ, ਮਹਿਬੂਬ ਦੇ ਨਾਲ ਮੁਹੱਬਤ ਦਾ ਇਜ਼ਹਾਰ ਵੀ ਕੀਤਾ ਜਾਂਦਾ ਹੈ ਤੇ ਮਹਿਬੂਬ ਨੂੰ ਇਹ ਵੀ ਆਖਿਆ ਜਾਂਦਾ ਹੈ ਯਾਨੀ ਆਪਣੀ ਦਿਲ ਦੀ ਸਾਰੀ ਗੱਲ ਕਿਸੇ ਨੇ ਕਰਨੀ ਹੋਵੇ ਤਾਂ ਉਹ ਮਾਈਆ ਦੇ ਰਾਏ ਕਰ ਸਕਦਾ ਹੈ ਆਪਣੇ ਮਹਿਬੂਬ ਦੇ ਨਾਲ। ਯਾਨੀ ਤੁਸੀਂ ਸਭ ਤੋਂ ਪਹਿਲੇ ਡਿਸਕਸ ਕਰੋਗੇ ਕਿ ਇੱਕ ਲੋਕ ਗੀਤ ਆ, ਬਾਅਦ ਚ ਇਹਦੀ ਤਾਰੀਫ ਡਿਸਕਸ ਕਰੋਗੇ ਤੇ ਉਸ ਤੋਂ ਬਾਅਦ ਇਹਦੇ ਅੰਦਰ ਜਿਹੜੇ ਮੌਜੂ ਡਿਸਕਸ ਹੁੰਦੇ ਨਾ ਤੁਸੀਂ ਉਹ ਕਰੋਗੇ। ਹੁਣ ਆਪਾਂ ਇਹ ਡਿਸਕਸ ਕਰਦੇ ਹਾਂ ਕਿ ਮਾਈਆ ਜਿਹੜੇ ਹੈਗੇ ਨੇ ਉਹ ਕਿਹੜੇ ਕਿਹੜੇ ਅਹਿਮ ਆ ਜਾਂ ਜਿਹੜੇ ਤੁਸੀਂ ਕੋਈ ਤਿੰਨ ਆਪਣੀ ਜਿਹੜੇ ਪੇਪਰ ਦੇ ਅੰਦਰ ਕੋਟ ਕਰੋਗੇ। ਆਪਾਂ ਪਹਿਲੇ ਸਾਨ ਮਾਈਆ ਯਾਦ ਕਰਾਂਗੇ, ਯਾਨੀ ਜਿਹੜੇ ਤੁਸੀਂ ਆਪ ਵੀ ਜ਼ੁਬਾਨ ਦੇ ਵਿੱਚ ਯਾਦ ਕਰ ਸਕਦੇ ਹੋ, ਜਿੱਦਾਂ ਸੋਨੇ ਦਾ ਕਿੱਲ ਮਾਈਆ, ਸੋਨੇ ਦਾ ਕਿੱਲ ਮਾਈਆ। ਯਾਨੀ ਇਹ ਕੋਈ ਮੁਸ਼ਕਲ ਨਹੀਂ ਹੈ, ਬਿਲਕੁਲ ਆਸਾਨ ਆ। ਤੁਸੀਂ ਇਹਨੂੰ ਦੇਖੋਗੇ ਕਿ ਇਹ 1.5 ਲਾਈਨ ਤੇ ਮੁਸ਼ਤਮਿਲ ਹੋਏਗਾ। ਯਾਨੀ ਸੋਨੇ ਦਾ ਕਿੱਲ ਮਾਈਆ, ਲੋਕਾਂ ਦੀਆਂ ਰੋਵਨ ਅੱਖੀਆਂ, ਸਾਡਾ ਰੋਂਦਾ ਈ ਦਿਲ ਮਾਈਆ। ਯਾਨੀ ਤੁਸੀਂ ਇਹਨੂੰ ਆਮ ਸਾਦਾ ਫਹਿਮ ਜ਼ਬਾਨ 'ਚ ਵੀ ਇਸਤੇਮਾਲ ਕਰ ਸਕਦੇ ਹੋ ਤੇ ਇੱਕ ਦੂਸਰੇ ਨਾਲ ਜਦੋਂ ਇਹ ਦੱਸੋਗੇ ਬੋਲੋਗੇ ਤਾਂ ਤੁਹਾਨੂੰ ਇਹ ਯਾਦ ਵੀ ਹੋ ਜਾਊਗਾ। ਯਾਨੀ ਸੋਨੇ ਦਾ ਕਿੱਲ ਮਾਈਆ, ਲੋਕਾਂ ਦੀਆਂ ਰੋਵਨ ਅੱਖੀਆਂ, ਸਾਡਾ ਰੋਂਦਾ ਈ ਦਿਲ ਮਾਈਆ। ਇਹਦੀ ਤੁਸੀਂ ਤਸ਼ਰੀਹ ਵੀ 1-2 ਲਾਈਨ ਦੇ ਅੰਦਰ ਕਰ ਸਕਦੇ ਹੋ ਕਿ ਮਹਿਬੂਬ ਆਪਣੇ ਮਹਿਬੂਬ ਦੇ ਨੂੰ ਇਹ ਦੱਸ ਰਿਹਾ ਹੈ ਕਿ ਤੇਰੀ ਜੁਦਾਈ 'ਚ ਲੋਕੀ ਤਾਂ ਰੋਂਦੇ ਹੋਣਗੇ ਲੇਕਿਨ ਸਾਡਾ ਤੇ ਦਿਲ ਰੋਂਦਾ ਹੈ ਤੇਰੀ ਜੁਦਾਈ ਦੇ ਅੰਦਰ। ਇੱਕ ਹੋਰ ਆਪਾਂ ਮਾਈਆ ਡਿਸਕਸ ਕਰਦੇ ਹਾਂ ਜਿਹਦਾ ਹੈ ਚੰਨ ਚੜਿਆ ਪਹਾੜ ਪਿੱਛੇ, ਚੰਨ ਚੜਿਆ ਪਹਾੜ ਪਿੱਛੇ, ਵਸਦੀ ਮੈਂ ਉਜੜ ਗਈ ਆ ਪਰਦੇਸੀ ਯਾਰ ਪਿੱਛੇ। ਚੰਨ ਚੜਿਆਈ ਪਹਾੜ ਪਿੱਛੇ, ਵਸਦੀ ਮੈਂ ਉਜੜ ਗਈ ਆ ਪਰਦੇਸੀ ਯਾਰ ਪਿੱਛੇ। ਯਾਨੀ ਤੁਸੀਂ ਇਹਨੂੰ ਪੜ੍ਹੋਗੇ ਤੁਹਾਨੂੰ ਇਹਦਾ ਮਤਲਬ ਵਾਜ਼ਿਆ ਤੇ ਸਾਫ਼ ਨਜ਼ਰ ਆ ਜਾਊਗਾ ਕਿ ਇਹਦੇ ਅੰਦਰ ਮਹਿਬੂਬ ਆਪਣੇ ਮਹਿਬੂਬ ਨਾਲ ਸ਼ਿਕਵਾ ਕਰ ਰਿਹਾ ਹੈ ਕਿ ਮੈਂ ਚੰਗੀ ਭਲੀ ਸਾਂ ਲੇਕਿਨ ਜੂ ਹੀ ਮੈਂ ਤੇਰੇ ਨਾਲ ਅਟੈਚ ਹੋਈ ਤੇ ਮੇਰੇ ਤੇ ਮੁਸੀਬਤਾਂ ਤੇ ਤਕਲੀਫਾਂ ਦੇ ਭਾਰ ਟੁੱਟਣ ਲੱਗ ਗਏ। ਇੱਕ ਹੋਰ ਮਾਈਆ ਆਪਾਂ ਡਿਸਕਸ ਕਰਦੇ ਹਾਂ। ਇੱਕ ਬੂਟਾ ਅਨਾਰ ਦਾ ਏ, ਲੈ ਲੈ ਤੇਰਾ ਨਾਂ, ਸਾਰਾ ਜੱਗ ਬੋਲੀਆਂ ਮਾਰਦਾ ਏ, ਸਾਰਾ ਜੱਗ ਬੋਲੀਆਂ ਮਾਰਦਾ ਏ। ਯਾਨੀ ਇਹਦੇ ਅੰਦਰ ਮਹਿਬੂਬ ਦੀ ਜਿਹੜੀ ਉਹਦੀ ਪਰਸਨੈਲਿਟੀ ਆ
ਉਹਦੀ ਤਾਰੀਫ ਕਰ ਰਿਹਾ ਵਾ ਕਿ ਇੱਕ ਬੂਟਾ ਨਾਰਦਾ ਹੈ ਤੇ ਤੇਰਾ ਲੈ ਲੈ ਕੇ ਨਾ ਸਾਰੇ ਜੱਗ ਬੋਲੀਆਂ ਮਾਰਦਾ ਹੈ, यानी हर जगह। अगर आप किसी भी मुकाबला जाती इम्तिहान CSS, PMS, PPSC के लिए परेशान हैं तो परेशानी छोड़िए और स्कॉलर अकेडमी को सब्सक्राइब कीजिए और मुस्तकबिल को बेहतर बनाइए।